ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੇ ਹਨ। ਗੁਰੂ ਚਰਨਾਂ ਅੰਦਰ ਜੁੜ ਕਰਕੇ ਗੁਰੂ ਕੀ ਬਾਣੀ ਨੂੰ ਪ੍ਰੇਮ ਸਹਿਤ ਸ਼ਰਵਣ ਕੀਤਾ ਹੈ। ਆਓ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਸੁਰਤ ਸਤਿਗੁਰਾਂ ਦੇ ਚਰਨਾਂ ਵਿੱਚ ਇਕਾਗਰ ਕਰੀਏ। ਮਨ ਬਿਰਤੀਆਂ ਸਤਿਗੁਰੂ ਦੇ ਸ਼ਬਦ ਨਾਲ ਗੁਰ ਇਤਿਹਾਸ ਨਾਲ ਜੋੜਦਿਆਂ ਗੁਰਫਤਿਹ ਦੀ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿੱਚੋਂ ਆਪਾਂ ਨੇ ਪਿੱਛੇ ਪ੍ਰਸੰਗ ਸ਼ਰਵਣ ਕੀਤਾ ਸੀ ਕਿ ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਉਤਾਰਦਿਆਂ ਹੋਇਆ ਜਿਸ ਵੇਲੇ ਜੰਮੂ ਨਗਰ ਤੋਂ ਅੱਗੇ ਆਏ, ਅੱਗੇ ਇੱਕ ਬਣਜਾਰਿਆਂ ਦਾ ਨਗਰ ਸੀ ਤੇ ਸਤਿਗੁਰੂ ਜੀ ਉਸ ਨਗਰ ਵਿਖੇ ਇੱਕ ਬਾਗ ਵਿੱਚ ਬਿਰਾਜ ਗਏ। ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਨਗਰ ਵਿੱਚ ਪਹੁੰਚੇ, ਉਸ ਦਿਨ ਉਸ ਨਗਰ ਵਿੱਚ ਬਹੁਤ ਖੁਸ਼ੀ ਮਨਾਈ ਜਾ ਰਹੀ ਸੀ ਤੇ ਪਤਾ ਲੱਗਿਆ ਕਿ ਇਸ ਨਗਰ ਦਾ ਜੋ ਮੁਖੀਆ ਹੈ, ਜੋ ਸਰਪੰਚ ਹੈ, ਉਹਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਸੀ। ਉਹਦੇ ਪੁੱਤਰ ਦੀ ਜਨਮ ਦੀ ਖੁਸ਼ੀ ਨੂੰ ਮਨਾਉਣ ਵਾਸਤੇ ਸਾਰਾ ਹੀ ਨਗਰ ਉਹਦੇ ਘਰ ਇਕੱਠਾ ਹੋਇਆ ਸੀ ਤੇ ਸਾਰੇ ਉਹਨੂੰ ਵਧਾਈਆਂ ਦੇ ਰਹੇ ਸਨ। ਵੱਡਾ ਖੁਸ਼ੀ ਦਾ ਜਿਹੜਾ ਸੀ ਇਹ ਪ੍ਰੋਗਰਾਮ ਚੱਲ ਰਿਹਾ ਸੀ। ਇਸ ਖੁਸ਼ੀ ਦੇ ਵਿੱਚ ਇੰਨੇ ਕੁ ਮਸਤ ਸਨ ਕਿ ਰੱਬ ਉਹਨਾਂ ਨੂੰ ਚੇਤੇ ਨਹੀਂ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਗ ਵਿੱਚ ਉਤਰੇ ਨੇ, ਲੋਕੀ ਪਾਸ ਦੀ ਲੰਘ ਜਾਏ ਨੇ, ਕੋਈ ਆ ਰਿਹਾ ਸੀ, ਕੋਈ ਜਾ ਰਿਹਾ ਸੀ, ਪਰ ਉਹ ਸੰਸਾਰਿਕ ਖੁਸ਼ੀ ਵਿੱਚ ਇੰਨੇ ਕੁ ਮਸਤ ਸਨ ਕਿ ਉਹਨਾਂ ਨੂੰ ਯਾਦ ਹੀ ਨਹੀਂ ਰਿਹਾ ਕਿ ਕੋਈ ਰੱਬ ਦਾ ਪਿਆਰਾ, ਕੋਈ ਸਾਧੂ ਆਇਆ ਹੈ, ਕਿਤੇ ਕੋਈ ਸੇਵਾ ਕਰ ਲਈਏ ਜਾਂ ਕੋਈ ਬਚਨ ਸੁਣ ਲਈਏ, ਇਹ ਮਨ ਵਿੱਚ ਖਿਆਲ ਨਹੀਂ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਆਨੰਦ ਵਿੱਚ ਬੈਠੇ ਰਹੇ। ਸਤਿਗੁਰਾਂ ਨੇ ਇਸ ਜਗ੍ਹਾ ਤੇ ਬੈਠ ਕੇ ਪਹਿਰੇ ਸਿਰਲੇਖ ਦੇ ਹੇਠ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਇੱਕ ਉਚਾਰਿਆ, ਬੜੇ ਰੱਬ ਪ੍ਰੇਮ ਦੇ ਵਿੱਚ ਭਿੱਜ ਕੇ ਉਹ ਸ਼ਬਦ ਗਾਇਆ। ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ, ਉਰਦ ਤਪਕ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਇਹ ਪਾਵਨ ਬਚਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੇ, ਜਿਹਦੇ ਵਿੱਚ ਮਨੁੱਖ ਦੇ ਜੀਵਨ ਨੂੰ ਚਾਰ ਪਹਿਰਾਂ ਵਿੱਚ ਵੰਡ ਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਸਵੇਰ ਦਾ ਸਮਾਂ ਹੋਇਆ, ਗੁਰੂ ਨਾਨਕ ਸਾਹਿਬ ਤਰਬੀ ਰੰਗ ਵਿੱਚ ਬੈਠੇ ਰਹੇ। ਜਿਸ ਘਰ ਵਿੱਚ ਅਤਿਅੰਤ ਕਲ ਖੁਸ਼ੀ ਦੀਆਂ ਆਵਾਜ਼ਾਂ ਆ ਰਹੀਆਂ ਸਨ, ਅੱਜ ਉਸ ਘਰ ਵਿੱਚੋਂ ਰੋਣ ਕਰਲਾਉਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਤੇ ਪਤਾ ਲੱਗਿਆ ਜੇ ਇਸ ਪੁੱਤਰ ਨੇ ਜਨਮ ਲਿਆ ਸੀ ਉਹ ਚਲਾਣਾ ਵੀ ਕਰ ਗਿਆ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ। ਸਤਿਗੁਰੂ ਜੀ ਕੱਲ੍ਹ ਬੜੇ ਖੁਸ਼ ਸਨ, ਜਿੰਨੀ ਉੱਚੀ ਆਵਾਜ਼ ਖੁਸ਼ੀ ਦੀਆਂ ਆਵਾਜ਼ਾਂ ਆ ਰਹੀਆਂ ਸਨ, ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਅੱਜ ਉਸ ਤੋਂ ਕਿਤੇ ਜ਼ਿਆਦਾ ਰੁਦਨ ਦੀ ਆਵਾਜ਼ ਸੁਣ ਰਹੀ ਹੈ, ਵਿਰਲਾਪ ਹੋ ਰਹੇ ਨੇ, ਕੀਰਨੇ ਪੈ ਰਹੇ ਨੇ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਮਰਦਾਨਿਆ, ਇਹ ਕੁਦਰਤ ਦੀ ਖੇਡ ਹੈ, ਪਰਮਾਤਮਾ ਦੀ ਖੇਡ ਹੈ। ਇੱਥੇ ਕਿਤੇ ਇੱਕ ਦਿਨ ਐਸਾ ਆਉਂਦਾ ਹੈ, ਲੱਖਾਂ ਲੱਖਾਂ ਮੁਬਾਰਕਾਂ ਤੇ ਅਸੀਸਾਂ ਮਿਲਦੀਆਂ ਨੇ, ਤੇ ਦੂਸਰੇ ਪਾਲੀ ਐਸਾ ਵੀ ਹੋ ਜਾਂਦਾ ਹੈ ਕਿ ਉਹ ਮੁੱਖ ਰੋਂਦੇ ਵੀ ਵੇਖੇ ਜਾਂਦੇ ਨੇ। ਇੱਥੇ ਕੁਦਰਤ ਦੀ ਖੇਡ ਦਾ ਕੋਈ ਅੰਤ ਨਹੀਂ। ਇਸ ਕਰਕੇ ਸਾਹਿਬ ਕਹਿੰਦੇ ਭਾਈ ਇਹ ਮਾਲਕ ਜੀ ਦੀਆਂ ਖੇਡਾਂ ਨੇ, ਮਾਲਕ ਹੀ ਜਾਣਦਾ ਹੈ ਕਿ ਕਿਵੇਂ ਉਹਨੇ ਸੰਸਾਰ ਦੀ ਖੇਡ ਨੂੰ ਚਲਾਇਆ। ਕਿਤੇ ਉਹ ਸੁੱਖ ਦੇ ਰਿਹਾ ਹੈ ਤੇ ਕਿਤੇ ਅਤਿਅੰਤ ਦੁੱਖ ਵੀ ਵਰਤਾ ਰਿਹਾ ਹੈ। ਇਸ ਤਰ੍ਹਾਂ ਬਚਨ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸਥਾਨ ਤੋਂ ਅੱਗੇ ਚੱਲ ਪਏ ਨੇ। ਆਓ ਅਗਲਾ ਪ੍ਰਸੰਗ, ਜਿਵੇਂ ਕਵੀ ਸੰਤੋਖ ਸਿੰਘ ਜੀ ਪ੍ਰੇਮ ਸਹਿਤ ਵਰਣਨ ਕਰ ਰਹੇ ਨੇ, ਆਪਾਂ ਵਿਚਾਰਨਾ ਕਰੀਏ। ਦੋਹਰਾ
चरण कमल सतगुरु के, सुख को सदन पछाण। बसे सदा मन स्थिर हवै, लहे परम कल्याण। कवि जी कहते सतगुरु जी के चरण जिहड़े ने सुखां दा घर हैं। गुरु के चरणों का ओट आसरा जिहड़ा है, ये सिख दे वास्ते अत्यंत सुखां दा घर है। जदों सिख दा मन परपक्क हो के गुरु चरणों में जुड़ जाता है, टिक जाता है, तो जिथे सਦੀवी सुख सिख दा मन मानता है, उत्थे इस जीवन विच मुक्ति भी प्राप्त हो जाती है। चौपई श्री अंगद सुनिए गुण पवनं, तेह ते कीन गुरु पुन गवनं। भाई वाला जी कहते गुरु जी सुनो अगे, गुरु नानक साहब महाराज जी उस स्थान तो बनजारियां दे पिंड तो अगे चल पे। लवपुर के जब गए समीपा, करी स्थिर वेदी कुल दीपा। सफर तय करदे साहब गुरु नानक साहब महाराज जी इस वेले लाहौर शहर के नेड़े आ पहुंचे ने। लाहौर जिहड़ा कि किसी टाइम पंजाब की समुचे की राजधानी रहा ते बहुत सारिया राजनीतिक ते धार्मिक गतिविधियों का केंद्र रहा बहुत पुराने समय। लाहौर के नेड़े गुरु नानक साहब महाराज सच्चे पातशाह जी आ गए ते एक जगह ते साहब जी विराज गए ने। दुनी चंद तह बनिया भारी, गुर कीरत तिस सुनी अगारी। लाहौर शहर का एक बहुत बड़ा व्यापारी है जिसका नाम है दुनी चंद। दुनी चंद इतिहास विच एक दो बारी शब्द आया है। एक वो दुनी चंद है जिहड़ा दशमेश पिता जी के समय होया, वो वखरा है। ते ये दुनी चंद जिहड़ा है, ये दुनी चंद गुरु नानक साहब के वेले होया। जिहड़ा दसवें पातशाह जी के वेले होया, वो आपां नूं पता है जिस वेले पहाड़ी राजिया ने हाथी भेजिया सी ते सिखां ने बेनती की सी, सतगुरु जी पहाड़ी राजे कल नूं हाथी भेज रहे ने ते हाथी नूं शराब पिला के मस्त किया होया है। ਉਹਦੇ ते लोहे दीयां तवियां वेड़ियां होईयां ने, ਉਹਦੇ सुंड नाल तलवार बन्नी हुई है ते कल नूं हमला करन वास्ते आएगा। ਉਹਦੇ पिछे पिछे पहाड़ी राजियां दी सैना होएगी ते सतगुरु जी किवें रोकी उस हाथी नूं। गुरु साहब ने वचन कर दिता, कहन लगे भाई साडे कोल भी हैगा एक हाथी, बहुत वड्डी डील डौर दा मालक सी, तकड़ा शरीर सी दुनी चंद दा। सिखां पुछया जी किहड़े हाथी की गल कर रहे हो? सतगुरु कहते भाई अपना दुनी चंद ये मुकाबला करेगा। जिस वेले दुनी चंद ने सुनिया उन्होंने तो एकदम भै लगन लग पिया कि ये गुरु साहब ने की वचन कर दिता। साथियों को कहन लगा इन्हां एडे वड्डे हाथियों नाल बंदे थोड़ा लड़ते हैं, तो गुरु साहब जी ने मैनूं मरवाण वास्ते प्रबंध किया। डरदे मारिया साथियां समेत दौड़िया, कंध टप्पण लग्या किले दी ते रस्सा टुट गया ते लत्त टुट गई। साथी औखे सौखे लै गए, जाके जो कोठे विच रख दिता तो उत्थे सप लड़ के उसकी मौत हो गई। भज्जिया सी मौत तो बचण वास्ते, पर अगे फिर मौत आ गई। एक वो दुनी चंद है, पर ये दुनी चंद जिहड़ा गुरु नानक साहब महाराज जी के समय लाहौर का बहुत बड़ा व्यापारी है। इन्हें गुरु नानक साहब महाराज जी की महिमा पहला भी सुनी सी बहुत सारी, गुरु नानक दीयां वडियाइयां, क्योंकि गुरु नानक साहब की महिमा संसार विच प्रगट हो रही है चारे पासे। तिस दिन कीनो श्राद्ध विसाला, पित की बसरीणी लख काला। जिस दिन गुरु नानक साहब महाराज जी लाहौर पहुंचे ने, उस दिन ये जिहड़ा दुनी चंद व्यापारी है अपने पिता का श्राद्ध कर रहा है, पिता की बरसी मना रहा है ते पिता के नाम ते श्राद्ध किए जा रहे हैं। हुण श्राद्धां दे दिन
अजकल भी नेड़े ही चल रहे होने ने। ते मर चुके प्राणियों के वास्ते ये विश्वास मन्निया गया सनातनवाद का कि उन्हां दे वास्ते दान पुण्य किया जाता है, भोजन छकाया जाता है, तो उन्हां दा मनना है कि ये जिहड़ा सब कुछ है ये परमात्मा उन्हां पुरखियां तक पहुँचता है, वड वडेरियां तक जाता है। गुरमत का ये गल नूं मनना नहीं, गुरमत नहीं इस गल नूं मनदी। सतगुरां ने तो सगों ये वचन कीते ने, जीवत पितर ना माने को मुए श्राद्ध कराई। सतगुरु कहते जिउंदियां नूं तां अपने पितर अपने मापे मन्निया नहीं, जिउंदे बजुर्गों के बंदे ने सत्कार नहीं किया, जिउंदे मापियां नूं समय ते भोजन नहीं दिता, जिउंदे मापियां नूं कदे समय ते कपड़े नहीं दिते, मोए श्राद्ध कराई। तो मरण तो बाद बंदा कहता जी वेखो मैं अपने बजुर्गों वास्ते श्राद्ध करा रहा, तरह तरह के भोजन बंदा बनाउंदा है, तरह तरह के दिखावे करता है। तो गुरु साहब कहते भाई जिउंदियां दी तां सेवा की जाए तो वह तो प्रवान है, पर मरण तो बाद किया होया श्राद्ध किसी काम का नहीं, क्योंकि जीवत पितर ना माने को मुए श्राद्ध कराए, पितर पे बपरे क्यों कर पावे कौआ कूकर खाही। ये जिहड़े श्राद्ध ने कहते बाद में तां कावां ते कुत्तियां नूं ही पाए जाते हैं। अज भी श्राद्ध चलणगे ते हुण कां जिहड़े ने, कां अजकल है नहीं, बहुत घट गए, अपने इंडिया दे विच भी बहुत घट गए कां। ते सोशल मीडिया ते अजकल फिर वीडियो आउंदियां, पिछे जे एक वीडियो आई सी, एक मनुख ने कां फड़िया होया, क्योंकि शहरों में कां वैसे ही घट दिखते हैं। हुण लोग वहमां च फसे हुए हैं कि श्राद्ध खवाउणा है तो कां नूं खवाउणा है, जे कां नूं खवावांगे तो भोजन साडे पुरखियां तक पहुँचेगा। तो वो किसी मनुख ने एक कां फड़िया होया सी ते लाइन लगी उहदे अगे, खीर हत्थां च फड़ी है, लोगों ने भोजन के थाल फड़े ने, तो कां फड़ के बैठा एक बंदा, वो 50-50 रुपये लई जाता है, तो कां की ठुंग मरवाई जाता है। वो कां भी बेचारा किन्ना को खावे, थोड़ा बहुत ही खा सकता है कां, फिर वह गर्दन तो फड़ के धक्के नाल उहदी चुंझ मरवाउंदा उहदे विच जिहड़ा भोजन है, तो लोगों को लगता है जी असीं पुन्नदान कर रहे हैं, साडे पुरखियां तक ये सारा कुछ आ रहा है। कां भावें खावे चाहे ना खावे, पुरखियां तक पहुँचे चाहे ना पहुँचे, हाँ उस मनुख की दिहाड़ी चंगी बन जाएगी, 50-50 रुपए इकट्ठे करके उसकी चंगी दिहाड़ी बन जाएगी। कहने का भाव कि लोगों में जो वहम भरम पखंड चल रहे हैं ये निरंतर अज भी चलते हैं, कल्ले कावां दा ही नहीं, जिहड़े बहुत गुरु घरां दे विच तां सुधार है। गुरु घरां दे ग्रंथी सिंघां ने जिहड़े गुरमत तो जाणू ने, उन्होंने इन्हां चीज़ों के उत्ते रोक लाई है कि इन्हां दिनां च भोजन नहीं किसी के घर छकण जाना। पर कल्ले कां दा ही नहीं, इन्हां दिनां दे विच मंदिरां दे पुजारियां दा ते गुरुद्वारा साहिब के भाइयों का भी लोग बुरा हाल ही कर दिंदे ने। वो कहते जी साडे घरे छको, दूसरा कहता जी नहीं चाहे थोड़ा जिहा ही छकिओ, साडे भी छक के आओ। हरेक ही खिंचदा है, क्योंकि हरेक कहता मेरे पुरखे ना भुखे रह जाण, किसी भुखे नूं छकाया जाए उहदे अंदरों तो असीस निकल सकती है, पर किसी रजे हुए नूं होर रजाई जाओगे वो तो तंग होके खाएगा, फिर असीस की निकलनी है, वह साह भी मसा निकलना है। जिहदा साह ही औखा निकले उहदे अंदरों असीस किहड़ी निकलेगी। ये सारे जिहड़े ने वहम भरम जिहड़े ने समाज में चल रहे हैं, तो उस वेले भी जिहड़ा दुनी चंद है, लाहौर का रहने वाला बड़ा व्यापारी, ये भी अपने पिता का श्राद्ध करा रहा है। तो जिस वेले श्राद्ध करा रहा है, सुन कर आगम किरपा न केता, सो आवा लेने के हेता। गुरु साहब जी का जिस वेले ने आउणा सुनिया कि गुरु नानक साहब सच्चे पातशाह महाराज लाहौर की धरती पर पहुंचे हुए ने, तो ये गुरु नानक साहब महाराज जी नूं भी लैण वास्ते आया। पाद अरविंद सो बंधन कीना, बिने भनी बहुयो दीना।
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੇ ਤੇ ਬਹੁਤ ਨਿਮਰ ਹੋ ਕੇ ਫਿਰ ਬੇਨਤੀ ਕਰਦਾ ਹੈ, ਪੂਰਨ ਪੁਰਖ ਲਖੋ ਹਮ ਪ੍ਰੀਤਾ, ਚਲੋ ਸਦਨ ਕੋ ਕਰੋ ਪੁਨੀਤਾ। ਬਹੁਤ ਪ੍ਰੇਮ ਨਾਲ ਕਹਿਣ ਲੱਗਾ, ਜੀ ਤੁਹਾਡੇ ਨਾਲ ਮੇਰਾ ਬੜਾ ਪ੍ਰੇਮ ਹੈ, ਮੈਂ ਤੁਹਾਡੀਆਂ ਬੜੀਆਂ ਸਿਫਤਾਂ ਸੁਣੀਆਂ ਨੇ, ਕਿਰਪਾ ਕਰੋ ਮੇਰੇ ਗ੍ਰਹਿ ਵਿਖੇ, ਮੇਰੇ ਘਰ ਵਿਖੇ ਚਰਨ ਪਾਓ ਤੇ ਗ੍ਰਹਿ ਨੂੰ ਪਵਿੱਤਰ ਕਰੋ। ਤੇਹ ਬਿਲੋਕ ਕੈ ਪ੍ਰੇਮ ਵਿਸਾਲਾ, ਗਮਨ ਕੀ ਓਟ ਸੰਗ ਕਿਰਪਾਲਾ। ਜਦੋਂ ਇਹਨੇ ਪ੍ਰੇਮ ਨਾਲ ਬੇਨਤੀਆਂ ਕੀਤੀਆਂ ਤਾਂ ਕਿਰਪਾਲੂ ਸਤਿਗੁਰੂ ਜੀ ਦਾ ਪ੍ਰੇਮ ਵੇਖ ਕੇ ਤਾਂ ਭਲਾ ਕਰਨ ਵਾਸਤੇ ਦੇ ਨਾਲ ਚੱਲ ਪਏ। ਉਤੋਂ ਸਦਨ ਜੋ ਅਧਿਕ ਵਚਿਤਰਾ, ਤਹਾਂ ਬਸਾਏ ਪਰਮ ਪਵਿੱਤਰਾ। ਹੁਣ ਕਿਉਂਕਿ ਦੁਨੀ ਚੰਦ ਲਾਹੌਰ ਸ਼ਹਿਰ ਦਾ ਇੱਕ ਮੰਨਿਆ ਪਰਮੰਨਿਆ ਹੋਇਆ ਵਪਾਰੀ ਸੀ, ਬੜਾ ਧਨਵਾਨ ਸੀ, ਬਹੁਤ ਸਾਰਾ ਧਨ ਸੀ ਇਹਦੇ ਕੋਲ। ਇਹਦਾ ਬੜਾ ਸੁੰਦਰ ਘਰ ਬਣਿਆ ਹੋਇਆ ਸੀ, ਜਿੱਥੇ ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਲਿਜਾ ਕੇ ਠਹਿਰਾਉਣਾ ਕੀਤਾ ਹੈ। ਆਪ ਸਰਾਧ ਸਰਬ ਕਰਵਾਵਾ, ਬਹੁ ਵਿਪਰਨ ਕੋ ਭੋਜਨ ਖਵਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਗ੍ਰਹਿ ਵਿਖੇ ਘਰ ਵਿਖੇ ਲਿਜਾ ਕੇ ਇਹਨੇ ਠਹਿਰਾ ਦਿੱਤਾ ਤੇ ਆਪ ਜਿਹੜੇ ਸਰਾਧ ਕਰਾ ਰਿਹਾ, ਸਰਾਧ ਕਰਾਉਣ ਵਿੱਚ ਰੁੱਝ ਗਿਆ। ਵੱਡੀ ਗਿਣਤੀ ਦੇ ਵਿੱਚ ਇਹਨੇ ਬਹੁਤ ਸਾਰੇ ਬ੍ਰਾਹਮਣ ਘਰ ਬੁਲਾਏ ਹੋਏ ਸਨ ਤੇ ਬ੍ਰਾਹਮਣਾਂ ਦੇ ਵਾਸਤੇ ਭੋਜਨ ਇਹਨੇ ਸਾਰਿਆਂ ਵਾਸਤੇ ਤਿਆਰ ਕਰਕੇ ਉਹਨਾਂ ਨੂੰ ਛਕਾਇਆ ਹੈ। ਜਬ ਸ੍ਰੀ ਗੁਰ ਕੇ ਗਇਓ ਸਮੀਪਾ, ਤਬ ਬੋਲੇ ਵੇਦੀ ਕੁਲ ਦੀਪਾ। ਜਿਸ ਵੇਲੇ ਸਾਰਿਆਂ ਨੂੰ ਭੋਜਨ ਕਰਵਾਉਣ ਤੋਂ ਬਾਅਦ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆਇਆ, ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ, ਦੁਨੀ ਚੰਦ ਕਿਹ ਕਾਰਨ ਤੇ ਕੀ ਨਾ ਹਾਰਾ, ਬਹੁਤੇ ਨਰਨ ਬੁਲਾਏ ਖੁਆਰਾ। ਸਤਿਗੁਰੂ ਕਹਿਣ ਲੱਗੇ, ਭਾਈ ਦੁਨੀ ਚੰਦ ਅੱਜ ਤੈਂ ਬਹੁਤ ਵੱਡਾ ਭੰਡਾਰਾ ਕੀਤਾ, ਬੜੇ ਭੋਜਨ ਤਿਆਰ ਕੀਤੇ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਤੈਂ ਤਿਆਰ ਕੀਤੇ ਹੋਏ ਨੇ ਤੇ ਘਰ ਵਿੱਚ ਬਹੁਤ ਸਾਰੇ ਮਨੁੱਖ ਬੁਲਾ ਕੇ ਉਹਨਾਂ ਨੂੰ ਭੋਜਨ ਖਵਾ ਰਿਹਾ ਹੈ। ਕੀ ਕਾਰਨ ਹੈ, ਅੱਜ ਕੀ ਤੂੰ ਕਰ ਰਿਹਾ ਹੈ, ਕਾਹਦੇ ਵਾਸਤੇ ਸਾਰਾ ਕੁਝ ਕਰ ਰਿਹਾ ਹੈ। ਪੀਰ ਭੂਰ ਤੇਰੇ ਕਰ ਮਾਹੀ, ਕਹੋ ਬਿਰਤੰਤ ਸਵੈ ਹਮ ਪਾਹੀ। ਸਤਿਗੁਰੂ ਕਹਿਣ ਲੱਗੇ, ਤੇਰੇ ਘਰ ਵਿੱਚ ਭਾਈ ਅੱਜ ਬੜੀ ਭੀੜ ਹੈ, ਬਹੁਤ ਸਾਰੇ ਬ੍ਰਾਹਮਣ ਆਏ ਹੋਏ ਨੇ, ਇਹ ਕਾਹਦੇ ਵਾਸਤੇ ਤਾਂ ਸਾਰਾ ਕੁਝ ਕੀਤਾ ਹੈ, ਕੀ ਕਾਰਨ ਹੈ, ਏਡਾ ਵੱਡਾ ਪ੍ਰਬੰਧ ਕਰ ਰਿਹਾ ਹੈ। ਦੁਨੀ ਚੰਦ ਦੋ ਕਰ ਬੰਦੇ, ਬੋਲਿਓ ਸੁਣੀਏ ਪ੍ਰਭੂ ਮੁਕੰਦੇ। ਦੁਨੀ ਚੰਦ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮੁਕਤੀ ਦੇ ਦਾਤੇ, ਮੇਰੀ ਬੇਨਤੀ ਸੁਣੋ, ਮੈਂ ਆਪ ਜੀ ਨੂੰ ਦੱਸਦਾ ਇਹ ਸਾਰਾ ਕੁਝ ਮੈਂ ਕਿਉਂ ਕਰ ਰਿਹਾ ਹਾਂ। ਦਿਵਸ ਆਜ ਕੇ ਮੇਰੋ ਤਾਤਾ, ਗਾ ਪ੍ਰਲੋਕ ਹੁਤੋ ਬਖਿਆਤਾ। ਕਹਿਣ ਲੱਗਾ, ਜੀ ਅੱਜ ਦੇ ਦਿਨ ਮੇਰੇ ਪਿਤਾ ਜੀ ਪ੍ਰਲੋਕ ਚਲਾਣਾ ਕਰ ਗਏ ਸਨ, ਪ੍ਰਲੋਕ ਗਮਨ ਕਰ ਗਏ ਸਨ ਤੇ ਉਹਨਾਂ ਨੂੰ ਗਿਆ ਹੋਇਆ ਕਾਫੀ ਸਮਾਂ ਹੋ ਗਿਆ ਹੈ। ਤੇਹ ਨਿਮਿਤ ਮੈਂ ਕੀਨਾ ਹਾਰਾ, ਪੁਰ ਕੇ ਵਿਪਰਨ ਸਰਬ ਖਵਾਰਾ। ਕਹਿਣ ਲੱਗਾ, ਜੀ ਮੈਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਉਹਨਾਂ ਦੇ ਨਿਵੇਤਾ 'ਚ ਸਰਾਧ ਕਰਾਇਆ, ਇਸ ਕਰਕੇ ਸਰਾਧ ਕਰਦਿਆਂ ਹੋਏ ਮੈਂ ਸਾਰਾ ਇਹ ਭੋਜਨ ਤਿਆਰ ਕੀਤਾ ਹੈ ਤੇ ਅੱਜ ਜਿਤਨੇ ਬ੍ਰਾਹਮਣ ਲੋਕ ਸਨ, ਨਗਰ ਦੇ ਸਾਰੇ ਬ੍ਰਾਹਮਣਾਂ ਨੂੰ ਘਰ ਵਿੱਚ ਬੁਲਾ ਕੇ ਮੈਂ ਭੋਜਨ ਕਰਵਾਇਆ ਹੈ। ਪੁਨ ਬੂਝਿਓ ਸ੍ਰੀ ਨਾਨਕ ਤਾਹੀ, ਤਬ ਪਿਤ ਪ੍ਰਾਪਤ ਭਇਓ ਕੇ ਨਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਪੁੱਛਿਆ, ਕਹਿਣ ਲੱਗੇ, ਭਾਈ ਦੁਨੀ ਚੰਦ ਤੈਂ ਬੜਾ ਵੱਡਾ ਉਪਰਾਲਾ ਕੀਤਾ ਹੈ, ਇੰਨਾ ਭੋਜਨ ਤਿਆਰ ਕੀਤਾ ਹੈ, ਇੰਨਾ ਸਾਰਾ ਪ੍ਰਬੰਧ ਕੀਤਾ ਹੈ ਤੇ ਸਾਰੇ ਬ੍ਰਾਹਮਣਾਂ ਨੂੰ ਬੁਲਾ ਕੇ ਛਕਾਇਆ ਹੈ ਆਪਣੇ ਪਿਤਾ ਦੇ ਨਿਮਿਤ। ਗੁਰੂ ਸਾਹਿਬ ਕਹਿੰਦੇ, ਦੁਨੀ ਚੰਦ ਕੀ ਤੂੰ ਇਹ ਜਾਣਦਾ ਹੈ ਕਿ ਤੇਰੇ ਪਿਤਾ ਜੀ ਨੂੰ ਭੋਜਨ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ।
क्योंकि तू तो अपने पिता तक पहुँचाउण वास्ते श्राद्ध कीता है। की तू जानदा है कि तेरे ये भोजन तेरे पिता जी नूं मिलिया है कि नहीं मिलिया? दुनी चंद कै लखै न को पहुँच्यो रहियो कि भुखा हो। दुनी चंद कहण लगा जी मैं तो की जान सकदा, ये भोजन ये मनते हैं संसार के लोग मनते ने कि जे अपने पुरखियां दे परथाए किते भोजन खवाइए तो वह भोजन पुरखियां तक पहुँच जाता है। पर कहते हुण ये नहीं मैनू पता कि मेरे पिता की आत्मा तक या मेरे पिता तक के पहुँचा है कि नहीं पहुँचा, कि मेरे पिता जी भुखे ही ने अजे। क्योंकि दुनिया ते कोई ऐसा साधन नहीं बनया जितो असी पता लग साडे असी पता कर सकीए जो असी चुकाया जो असी भेजिया है ये साडे बजुर्गों तक गया भी है कि नहीं गया। इस करके गुरु साहब जी ने सानू इस वहम तो इस भरम तो रोकिया कि वैसे सेवा करनी है करो, जिउंदे मापियां दी करो, पर मरण तो बाद कोई गारंटी नहीं कि साडा भोजन किते पहुँचेगा। सतगुरु जी ने इसे करके इन्हूं पुछया, कहन लगे दस भाई तेनू पता है कि पहुँचा कि नहीं? कहन लगा जी ये मैनू नहीं पता, जिवें संसार विच दस्सिया जांदा है मैं तां रीति जिहड़ी है रिवाज है वह पूरा करिया। इस विद की सुधरावर जानो, जानते अल्प मत मैं ना पछानो। दुनी चंद कहन लगा जी ये सोझी तां इस गल की समझ तां तुहानू है, तुसीं जान सकते हो कि मेरे पिता जी तक भोजन पहुँचे कि नहीं पहुँचे। असीं संसारी मनुख हां, साडे कोल एडी वड्डी मत है नहीं, इस करके असीं नहीं ये जान सकते कि भोजन साडा साडे पुरखियां तक बजुर्गों तक पहुँच गया कि नहीं पहुँच सकिया। तुसीं जान सकते हो। गुर कहे तब पित सुधा दीना, भूखे वासर बीते तीना। गुरु साहब कहन लगे दुनी चंद जे साडी गल सुने, असी तेनू दसदे हां तेरा पिता तां अजे भी भुखा है, तेरे पिता तक भोजन नहीं पहुँचया। ते सतगुरु कहंदे उहनूं 3 दिन हो गए उहनूं भोजन मिलिया ही नहीं, तू अपने पिता की याद विच भोजन करवा रहा है ते तेरे पिता नूं तां 3 दिन हो गए ने उहनूं तां भोजन मिलिया ही नहीं। बैठियो अवै छुदा तुर सो, ताहि न पहुँच्यो भोजन को। दुनी चंद बड़ा हैरान हो गया। गुरु साहब कहंदे भाई जिहदे वास्ते तू भोजन छका रहा लोकां नूं ਉਹਦੇ तक तेरा भोजन नहीं पहुँचया, वो तो भुखा ही बैठा है। इस प्रकार के बचन सुने जब, निमर प्यो बूझत पाप पुन तब। दुनी चंद ने जो इस तरह के बचन सुने तो दुनी चंद बड़ा हैरान हो गया ते बहुत निमर जिहा हो के पुछण लग्या किहे स्थान में भूखा वैसा, कहो कृपा कर तेह तन कैसा। पुछण लग्या गुरु साहब जी नूं, कहंदा जी जे तुसीं इन्ना जाणदे हो कि मेरे पिता की आत्मा तक भोजन नहीं पहुँचया, तुसीं कहंदे हो भुखा ही बैठा है, किहदी कित्थे क बैठा है भुखा है ते किहड़ी देही विच है, उहदा शरीर की है, उहनूं किहड़ा जीवन मिलिया अगे मरण तो बाद। हेत बतावन बैण लाए, तब पित ब्रेक देही को पाए। गुरु साहब कहन लगे भाई दुनी चंद तेरे पिता जी इस करके भुखे बैठे ने क्योंकि वो इस वेले बघियाड़ की जूनी विच ने, वो तो बघियाड़ की जूनी विच बैठा है। बघियाड़ जंगली जानवर है, पंच कोस पर झारण माही, भूखो बैठ रहे हो सो ताही। गुरु साहब कहंदे 5 कोह दे उत्ते 5 कोह की दूरी ते इत्थों भाई झाड़ियां दे विच जंगल दे विच भुखा ही बैठा है, बहुत व्याकुल होया बैठा है। ले हार तुम तेटा जावो, देख स्वरूप न मन डर पावो। सतगुरु कहंदे तू भाई जे अपने पिता नूं भोजन छकाउणा चाहुंदा है तां जा भोजन लै जा, उहदे डरावने स्वरूप नूं वेख के डर ना मन्नी, डरी ना उहदे कोलों।
तेरे दर्शन को जब हेरे, मानुख देह धरे तिस बेरे। जिस वेले वो तेनू वेखेगा उस वेले अपने आप तेनू पहचान लवेगा। दुने चंद आचार्य धर कै, चलियो प्रात पाए सको भर कै। दुनी चंद बड़ा हैरान होया ते सोचदा जांदा है, मैं तो पिता जी नू स्वर्गवासी मनदा सां, स्वर्गां विच वसदे होवणगे, पर ये देही भी मिली है ते जून भी बघियाड़ दी। ऐसा की कारण हो गया? मेरा पिता एडी भैड़ी जून विच क्यों पिया? ये सोचदा होया जा रहा है। उन्हें वो जिहड़ा भोजन तैयार कीता सी वो भी भांडे विच भर के नाल लिया होया है। जहां बतायो किरपा निधाना, देखियो तहां जाए सो थाना। कवि जी लिखते ने, जिथे गुरु नानक साहब महाराज जी ने दसिया सी, ये दुनी चंद उस स्थान ते जा पहुंचया। ब्रिक बिलोक चार मैं जब ही, करी दूर ते बंधन तब ही। सचमुच उन्हां झाड़ियां दे विच, जंगल दे विच वो बघियाड़ बैठा है, जंगली खतरनाक जानवर बैठा है। इन्हें डरदे डरदे ने दूरों वंदना करी अपने पिता जान के। दुनी चंद को तिन जो निहारा, तब छिन मानुक तन को तारा। ਹੁਣ जिस तरह गुरु साहब ने कहा से भाई डरी ना, क्योंकि ਉਹਦੇ शरीर तो क्योंकि जंगली जानवर वाला है, पर डरी ना क्योंकि उन्हें ये देही प्राप्त की है। ਹੁਣ जिस वेले जा पहुंचया तो जाके भोजन अगे रखना कीता है, तो भुखा बैठा सी, उन्हें भोजन खा लिया। ਹੁਣ दुनी चंद जी ने फिर पुछना कीता, ते दुनी चंद जी नूं पता लग्या कि ये जीवन क्यों मिलिया मेरे पिता जी नूं। उस वेले फिर जो पता लग्या, कहंदे दोहरा मृत समाजा मुझ पयो, तव एक नर तेह थान। मीन मासरी दत होतो, तेह तुन सुन कर कान। कहंदे उहदा जिहड़ा पिता सी है तो किते ना किते धर्म दे कर्म थोड़े बहुत करदा सी, पर कहंदे जदों उहदी मौत दा समां नेड़े आया, मौत दे समय किते नेड़े तेड़े किते मास रिझ रिहा सी, कोई मनुख मास बना रहा सी। हुण जिस वेले मास रिझ रिहा सी ते वो मास की जिहड़ी समैल सी वो इहदे पिता तक आई। हुण ये साडा सुभाਅ है, जिहड़ा साडा नक जदों कोई चंगा भोजन बनदा सुंघ लैंदा है, ਤਾਂ ਉਹਦੀ ਸੁਗੰਧੀ ਨੂੰ ਵੇਖ ਕੇ ਬੰਦੇ ਦੇ ਅੰਦਰ ਜਗਿਆਸਾ ਜਗ ਪੈਂਦੀ ਹੈ, ਮੈਂ ਇਹ ਭੋਜਨ ਖਾਵਾਂ, ਇਹ ਸਵਾਦਲਾ ਭੋਜਨ ਬਣ ਰਿਹਾ ਕਿਤੇ। ਕਹਿੰਦੇ ਇਹਦੇ ਪਿਤਾ ਵੀ ਜਿਸ ਵੇਲੇ ਮਰਨ ਦਾ ਸਮਾਂ ਆਇਆ ਸੀ, ਉਸ ਵੇਲੇ ਕਿਤੇ ਪਾਸਿਓ ਕੋਈ ਮਾਸ ਬਣਾ ਰਿਹਾ ਸੀ, ਮੀਟ ਬਣਾ ਰਿਹਾ ਸੀ। ਮੀਨ ਮਾਸ ਰੀਦਤ ਹੋਤੋ, ਤੇ ਤੁਨ ਸੁਣ ਕਰ ਕਾਨ। ਜਿਸ ਵੇਲੇ ਉਹਦੇ ਮਾਸ ਦੇ ਬਣਦੇ ਦੇ ਨੱਕ ਨੇ ਗੰਧ ਮਹਿਸੂਸ ਕੀਤੀ। ਚੌਪਈ मन खावन को मन ललचायो, सो मेरे तब हाथ न आयो। मन विच ये चाह पैदा हो गई, बड़ा स्वादला मास बन रहा है, किते मैनू खाण नूं मिल जाए। हुण मन विच ये सारा कुछ चल रहा सी, इच्छा चल रही सी मास खाण दी। इन्ने समय तक मौत आ गई। हुण मौत आउण करके वो मास की जिहड़ी इच्छा सी वो तो हैगी सी, पर मास खा नहीं सी सकिया। भयो मृतक देही पाई, रही वासना ठहर जहाही। हुण जिहो जी वासना सी, जिहो जी विचार बनी मरदे समय, वो वासना रह गई, अंदर इच्छा रह गई, ते जिस तरह की इच्छा रह गई उहदे करके हुण मास खाण वाली हुई देही धारण करनी पई, बघियाड़ बन गया। गुरु की बाणी विच भी इसे करके सानू सुचेत किया गया, कहन लगे भाई माड़ी सोच सोचण नालों वाहिगुरू परमात्मा जी नूं याद रखिया कर, शुभ विचार रखिया कर मन विच। क्योंकि साहिबां ने बाणी च कहा, अंत काल जो मंदिर सिमरै, ऐसी चिंता में जे मरै, प्रेत जोन बल बल उतरै।
ਤੇ ਸਾਹਿਬ ਕਹਿੰਦੇ ਜੇ ਕੋਈ ਬੰਦਾ ਅਖੀਰਲੇ ਟਾਈਮ ਤੇ ਆਪਣੀਆਂ ਮਹਿਲ ਮਾੜੀਆਂ ਨੂੰ ਚੇਤੇ ਰੱਖਦਾ, ਆਪਣੇ ਘਰ ਦੀ ਇੱਛਾ ਰੱਖੀ ਜਾਂਦਾ ਹੈ, ਉਹ ਕਹਿੰਦੇ ਪ੍ਰੇਤ ਜੋਨ ਵਿੱਚ ਬਾਰ-ਬਾਰ ਪੈਂਦਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੇਂਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਜੇ ਬੰਦੇ ਨੂੰ ਅਖੀਰਲੇ ਸਮੇਂ ਮਾਇਆ ਹੀ ਯਾਦ ਆਉਂਦੀ ਰਵੇ, ਤੇ ਆਮ ਤੌਰ ਤੇ ਸਿਆਣੇ ਬਜ਼ੁਰਗ ਵੀ ਕਹਿ ਦਿੰਦੇ ਨੇ, ਕਹਿੰਦੇ ਭਾਈ ਇਹਨੂੰ ਮਾਇਆ ਦਾ ਬਹੁਤਾ ਹੀ ਹੇਜ ਹੈ, ਇਸ ਕਰਕੇ ਇਹ ਜਾਪਦਾ ਸੱਪ ਹੀ ਬਣੇਗਾ। ਤੇ ਇਹ ਗੁਰੂ ਸਾਹਿਬ ਨੇ ਵੀ ਕਿਹਾ ਜਿਸ ਤਰ੍ਹਾਂ ਦੀ ਭਾਵਨਾ ਰੱਖੇਗਾ, ਜੇ ਮੌਤ ਆ ਗਈ ਉਹ ਭਾਵਨਾ ਦੇ ਅਨੁਸਾਰ ਹੀ ਜੀਵਨ ਤੈਨੂੰ ਮਿਲ ਜਾਣਾ। ਜੇ ਰੱਬ ਨੂੰ ਚਿੱਤੇ ਕਰੇਗਾ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੇਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕਿਆ ਹਿਰਦੈ ਵਸੈ। ਸਾਹਿਬ ਕਹਿੰਦੇ ਜੇ ਤੈਨੂੰ ਰੱਬ ਚੇਤੇ ਹੋਏਗਾ ਤੇ ਫਿਰ ਤੂੰ ਮਾਲਕ ਜੀ ਦੇ ਚਰਨਾਂ ਵਿੱਚ ਸਮਾ ਜਾਏਗਾ, ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਇੱਕਮਿਕ ਹੋ ਜਾਏਗਾ। ਨਹੀਂ ਤਾਂ ਜਿਹੋ ਜੀ ਵਾਸਨਾ ਮਨ ਵਿੱਚ ਰੱਖੇਗਾ, ਜਿਹੋ ਜਿਹੇ ਖਿਆਲ ਮਨ ਵਿੱਚ ਰੱਖੇਗਾ, ਉਹੋ ਜਿਹੀ ਤੈਨੂੰ ਜੀਵਨ ਮਿਲਣਾ। ਜੇ ਮਾੜੇ ਕਰਮਾਂ ਵੱਲ ਹੋਇਆ, ਮਾੜੇ ਕਰਮਾਂ ਵੱਲ ਧਿਆਨ ਹੋਇਆ, ਤੇ ਸਤਿਗੁਰੂ ਕਹਿੰਦੇ ਫਿਰ ਬੇਸਵਾ ਜੋਨ ਵੀ ਮਿਲ ਸਕਦਾ ਹੈ। ਇਹ ਸੁਭਾਅ ਹੈ ਜਿਵੇਂ ਦਾ ਅਸੀਂ ਬਣਾ ਲਵਾਂਗੇ, ਕਿਉਂਕਿ ਜਿਵੇਂ ਦੇ ਖਿਆਲ ਸਾਡੇ ਮਨ ਵਿੱਚ ਰਹਿਣਗੇ, ਬੰਦੇ ਦਾ ਜੀਵਨ ਵੈਸੇ ਉਸ ਤਰ੍ਹਾਂ ਦਾ ਹੀ ਬਣ ਜਾਂਦਾ। ਜਿਹੋ ਜਿਹੇ ਖਿਆਲ ਆਉਂਦੇ ਰਹਿਣਗੇ, ਜਿਉਂਦੇ ਜੀ ਵੀ ਬੰਦਾ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ, ਜਿਵੇਂ ਦੇ ਖਿਆਲ ਨੇ, ਜਿਵੇਂ ਦੀ ਸੋਚ ਅੰਦਰ ਚੱਲ ਰਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਭਾਈ ਜੇ ਅੰਤਲੇ ਸਮੇਂ ਵੀ ਉਹੀ ਕੁਝ ਚੇਤੇ ਰਿਹਾ, ਤੇ ਅੰਤਲੇ ਸਮੇਂ ਤੋਂ ਬਾਅਦ ਫਿਰ ਅੱਗੇ ਉਹੀ ਦੇਹੀ ਮਿਲਣੀ ਹੈ। ਇਹਨੇ ਦੱਸਿਆ ਦੁਨੀ ਚੰਦ ਦੇ ਪਿਤਾ ਬਾਰੇ ਇਹਨੂੰ ਪਤਾ ਲੱਗਿਆ ਕਿ ਜਿਸ ਵੇਲੇ ਮਾਸ ਬਣ ਰਿਹਾ ਸੀ, ਮਨ ਵਿੱਚ ਖਿਆਲ ਆ ਗਿਆ ਮਾਸ ਖਾਣ ਨੂੰ ਮਿਲ ਜਾਏ, ਤੇ ਉਸ ਵੇਲੇ ਕਹਿੰਦੇ ਉਹ ਖਿਆਲ ਤਾਂ ਪੂਰਾ ਨਾ ਹੋਇਆ ਕਿਉਂਕਿ ਮੌਤ ਆ ਗਈ, ਪਰ ਜਿਹੜਾ ਜੀਵਨ ਮਿਲਿਆ ਉਹ ਬਘਿਆੜ ਦਾ ਮਿਲ ਗਿਆ, ਮਾਸ ਖਾਣ ਵਾਲੀ ਜੂਨੀ ਮਿਲ ਗਈ। ਇਸ ਕਰਕੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸਾਰਾ ਦਿਖਾ ਦਿੱਤਾ, ਹੁਣ ਕਿਉਂਕਿ ਦੁਨੀ ਚੰਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਇਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੇ ਹੋਣ ਦੇ ਕਰਕੇ ਜਦੋਂ ਉਸ ਬਘਿਆੜ ਨੇ ਦੁਨੀ ਚੰਦ ਦੇ ਦਰਸ਼ਨ ਕੀਤੇ ਨੇ, ਉਹ ਵੀ ਜਿਹੜਾ ਆਪਣਾ ਤਨ ਤਿਆਗ ਗਿਆ, ਸਰੀਰ ਤਿਆਗ ਗਿਆ, ਉਹਦੀ ਵੀ ਮੁਕਤੀ ਹੋ ਗਈ। ਹਟ ਕਰ ਸਦਨ ਵਿਖੇ ਚਲਿਆ ਵਾ, ਸ੍ਰੀ ਨਾਨਕ ਵੈਸੇ ਤਹਿ ਥਾਵਾ। ਇੱਥੋਂ ਚੱਲ ਕੇ ਦੁਨੀ ਚੰਦ ਘਰ ਆਇਆ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜੇ ਹੋਏ ਨੇ। ਕਰ ਬੰਦਨ ਉਸਤਤ ਬ ਭਾਖੀ, ਅਤ ਸਰਦਾ ਮੈਂ ਪਾਵ ਲਾਖੀ। ਨਮਸਕਾਰ ਕਰਕੇ ਬੈਠ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਗੁਰੂ ਸਾਹਿਬ ਜੀ ਦੇ ਪ੍ਰਤੀ ਮਨ ਵਿੱਚ ਬੜੀ ਸਰਧਾ ਪੈਦਾ ਹੋ ਗਈ, ਕਿਉਂਕਿ ਜੋ ਕੁਝ ਇਹ ਆਪ ਨਹੀਂ ਸੀ ਜਾਣਦਾ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਾ ਕੁਝ ਸਾਹਮਣੇ ਰੱਖ ਦਿੱਤਾ। ਇਹਦੇ ਸਾਰਾ ਕੁਝ ਇਹਨੂੰ ਪਤਾ ਲੱਗ ਗਿਆ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਜਿਹਦੇ ਪਰਥਾਏ ਅਸੀਂ ਭੋਜਨ ਖਵਾ ਰਹੇ ਹਾਂ ਉਹ ਹੈ ਕਿਹੜੀ ਦੇਹੀ 'ਚ, ਕਿੱਥੇ ਹੈ ਉਹ, ਕਿਸ ਤਰ੍ਹਾਂ ਦਾ ਜੀਵਨ ਹੋਏਗਾ। ਇਸੇ ਕਰਕੇ ਕਿਸੇ ਦੇ ਨਾਮ ਤੇ ਵੈਸੇ ਕਿਸੇ ਭੁੱਖੇ ਨੂੰ ਭੋਜਨ ਛਕਾਉਣਾ ਮਾੜਾ ਨਹੀਂ, ਪਰ ਇਹ ਮੰਨ ਕੇ ਖਵਾਉਣਾ ਕਿ ਫਲਾਣੇ ਬੰਦੇ ਨੂੰ ਭੋਜਨ ਖਵਾਇਆ ਹੋਇਆ ਮੇਰੇ ਪੁਰਖਿਆਂ ਤੱਕ ਜਾਏਗਾ, ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿਤੇ ਹੁੰਦਾ। ਇਹ ਸਰਾਧ ਖਵਾਏ ਹੋਏ ਨਹੀਂ ਉਹਨਾਂ ਪੁਰਖਿਆਂ ਤੱਕ ਜਾਣੇ, ਇਹ ਤਾਂ ਜਿਉਂਦੇ ਜੀ ਜਿੰਨਾ ਕੋ ਅਸੀਂ ਸੇਵਾ ਕਰ ਲਈ ਉਹ ਸਾਡੀ ਸਫਲੀ ਗਿਣੀ ਜਾਣੀ। ਇਸ ਕਰਕੇ ਜਿਉਂਦੇ ਜੀ ਆਪਣੇ ਮਾਪਿਆਂ ਦਾ ਖਿਆਲ ਰੱਖੀਏ, ਜਿਉਂਦੇ ਜੀ ਮਾਪਿਆਂ ਨੂੰ ਬਾਅਦ ਵਿੱਚ ਚੰਗੇ ਚੰਗੇ ਭੋਜਨ ਪਕਵਾਨ ਤਿਆਰ ਕਰਕੇ ਲੋਕਾਂ ਨੂੰ ਖਵਾਉਣ ਦੇ ਨਾਲੋਂ ਚੰਗਾ ਹੈ ਆਪਣੇ ਮਾਪਿਆਂ ਨੂੰ ਤਾਜ਼ਾ ਪ੍ਰਸਾਦਾ ਦਈਏ। ਜਿਹੜੇ ਬਾਅਦ ਵਿੱਚ ਕੱਪੜੇ ਬੰਦਾ ਦਾਨ ਕਰਦਾ, ਕਹਿੰਦਾ ਜੀ ਮੇਰੇ ਪੁਰਖਿਆਂ ਨੂੰ ਪਹੁੰਚ ਜਾਣ, ਉਹ ਜਿਉਂਦੇ ਜੀ ਆਪਣੇ ਪੁਰਖਿਆਂ ਦਾ, ਆਪਣੇ ਬਜ਼ੁਰਗਾਂ ਦਾ ਮਾਣ ਸਨਮਾਨ ਰੱਖੀਏ, ਉਹਨਾਂ ਦੇ ਵਸਤਰਾਂ ਦਾ ਧਿਆਨ ਰੱਖੀਏ, ਸਮੇਂ ਤੇ ਦਵਾਈ ਉਹਨਾਂ ਦਾ ਧਿਆਨ ਰੱਖੀਏ, ਉਹਨਾਂ ਦੇ ਦੁੱਖ ਸੁੱਖ ਵਿੱਚ ਬੈਠ ਕੇ ਉਹਨਾਂ ਦੀ ਗੱਲ ਸੁਣ ਲਈਏ। ਇਹ ਤਾਂ ਜਿਉਂਦੇ ਜੀ ਸੇਵਾ ਕਰ ਲਈ, ਉਹ ਤਾਂ ਪ੍ਰਵਾਨ ਹੈ, ਤੇ ਮੌਤ ਤੋਂ ਬਾਅਦ ਤਾਂ ਸਾਰਾ ਕੁਝ ਦਿਖਾਵਾ ਹੀ ਹੈ। ਭਾਵੇਂ ਬੰਦਾ ਕਿੰਨਾ ਹੀ ਕੁਝ ਕਰੀ ਜਾਵੇ, ਉਹ ਸਾਰਾ ਦਿਖਾਵਾ ਹੀ ਹੈ, ਤੇ ਲੋਕਾਂ ਵਾਸਤੇ ਹੈ, ਉਹ ਕਿਤੇ ਨਹੀਂ ਪਹੁੰਚਣਾ, ਉਹ ਸੇਵਾ ਕਿਤੇ ਨਹੀਂ ਪ੍ਰਵਾਨ ਹੋਣੀ, ਜਿਉਂਦੇ ਬਜ਼ੁਰਗਾਂ ਦੀ ਸੇਵਾ ਹੀ ਪ੍ਰਵਾਨ। ਇਸ ਕਰਕੇ ਜਦੋਂ ਇਹਨੂੰ ਸਾਰਾ ਕੁਝ ਪਤਾ ਲੱਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਿਆ, ਆ ਕੇ ਬੇਨਤੀ ਕਰਦਾ, ਕਹਿੰਦਾ ਨਾਗਰ ਈਸਰ ਰੂਪ ਉਜਾਗਰ, ਤੁਮ ਸਮਰੱਥ ਸਰਬ ਸੁਖ ਸਾਗਰ। ਬੇਨਤੀ ਕਰਦਾ ਹੈ ਮੇਰੇ ਮਾਲਕ ਜੀ,
ਤੁਹਾਡੀ ਸਮਰੱਥਾ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ। ਭਗਤ ਵਚਲ ਕਰੁਣਾ ਕਰ ਸੁਆਮੀ, ਦੀਨ ਬੰਦ ਪ੍ਰਭ ਅੰਤਰਜਾਮੀ। ਤੁਸੀਂ ਵੱਡੀ ਸਮਰੱਥਾ ਦੇ ਮਾਲਕ ਹੋ। ਤੁਹਾਡੇ ਚਰਨਾਂ ਵਿੱਚੋਂ ਸਾਰੇ ਸੁੱਖ ਮਿਲ ਸਕਦੇ ਨੇ। ਤੁਸੀਂ ਸੁੱਖਾਂ ਦੇ ਸਮੁੰਦਰ ਹੋ। ਤੁਸੀਂ ਕਿਰਪਾ ਦੀ ਖਾਣ ਹੋ। ਗਰੀਬਾਂ ਤੇ ਕਿਰਪਾ ਕਰਨ ਵਾਲੇ ਹੋ, ਅੰਤਰਜਾਮੀ ਹੋ। ਸੇਵਾ ਕਰਨ ਮੁਝੇ ਫਰਮਾਵੋ, ਤੁਮ ਸੰਤਨ ਕੇ ਨਿਤ ਚਿਤ ਭਾਵੋ। ਦੁਨੀ ਚੰਦ ਕਹਿੰਦਾ ਜੀ ਤੁਸੀਂ ਬੜੀ ਕਿਰਪਾ ਕਰ ਦਿੱਤੀ, ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਂ ਤਾਂ ਬ੍ਰਾਹਮਣਾਂ ਨੂੰ ਭੋਜਨ ਛਕਾ ਕੇ ਸਮਝ ਰਿਹਾ ਸਾਂ ਮੇਰੇ ਪਿਤਾ ਜੀ ਤੱਕ ਪਹੁੰਚ ਰਿਹਾ ਹੋਏਗਾ, ਪਰ ਮੇਰਾ ਭੁਲੇਖਾ ਤੁਸੀਂ ਦੂਰ ਕਰ ਦਿੱਤਾ ਹੈ। ਕਿਰਪਾ ਕਰੋ, ਮੈਨੂੰ ਆਪਣੀ ਸੇਵਾ ਕਰਨ ਦੀ ਆਗਿਆ ਬਖਸ਼ੋ। ਕੋਈ ਨਾ ਕੋਈ ਸੇਵਾ ਮੈਨੂੰ ਦਿਓ ਤਾਂ ਜੋ ਮੈਂ ਵੀ ਸੇਵਾ ਕਰਕੇ ਆਪਣਾ ਭਲਾ ਕਰ ਸਕਾਂ। ਸੁਣ ਕਰ ਤਿਹ ਕੋ ਕਰਨ ਕਿਰਤਾਰਥ, ਬੋਲੇ ਦੇਣ ਹਾਰ ਪਰਮਾਰਥ। ਪਰਮਾਰਥ ਦੇਣ ਵਾਲੇ, ਕਿਉਂਕਿ ਇੱਕ ਪਦਾਰਥ ਹੈ, ਇੱਕ ਪਰਮਾਰਥ ਹੈ। ਪਦਾਰਥ ਜੋ ਅਸੀਂ ਵੇਖ ਰਹੇ ਹਾਂ ਸੰਸਾਰ ਵਿੱਚ, ਪਦਾਰਥ ਜਿਹੜੇ ਨੇ ਬੇਅੰਤ ਨੇ, ਪਰ ਪਰਮਾਰਥ ਕੀ ਹੈ? ਪਰਮਾਰਥ ਉਹ ਹੈ ਜਿਹਨੂੰ ਵਾਹਿਗੁਰੂ ਦੀ ਕਿਰਪਾ ਕਹਿ ਲਓ, ਵਾਹਿਗੁਰੂ ਦਾ ਘਰ ਕਹਿ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮਾਰਥ ਦਿੰਦੇ ਨੇ, ਮੁਕਤੀ ਦਿੰਦੇ ਹਨ। ਤੇ ਦੁਨੀ ਚੰਦ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬੜੇ ਪਿਆਰੇ ਵਚਨ ਕਹੇ। ਹਮਰੀ ਸੋਚੇ ਰੱਖੋ ਸੰਭਾਰੀ, ਲੈਵੇਂਗੇ ਪਰਲੋਕ ਅਗਾਰੀ। ਗੁਰੂ ਸਾਹਿਬ ਜੀ ਦੇ ਕੋਲ ਇੱਕ ਸੂਈ ਹੈ। ਸੂਈ ਆਪਾਂ ਜਾਣਦੇ ਹਾਂ ਜਿਹਦੇ ਨਾਲ ਕੱਪੜੇ ਸੀਤੇ ਜਾਂਦੇ ਨੇ, ਸੂਈ ਧਾਗਾ ਕਹਿੰਦੇ ਆਪਾਂ। ਗੁਰੂ ਸਾਹਿਬ ਜੀ ਦੇ ਕੋਲ ਇੱਕ ਛੋਟੀ ਜਿਹੀ ਸੂਈ ਸੀ ਤੇ ਗੁਰੂ ਸਾਹਿਬ ਜੀ ਕਹਿੰਦੇ, ਐ ਦੁਨੀ ਚੰਦ, ਆ ਭਾਈ ਸਾਡੀ ਸੂਈ ਸੰਭਾਲ ਕੇ ਰੱਖੀ, ਆ ਸੂਈ ਸੰਭਾਲ ਲੈ। ਇਹ ਸੂਈ ਸਾਡੀ ਅਮਾਨਤ ਹੈ ਤੇਰੇ ਕੋਲ, ਇਹ ਅਸੀਂ ਪਰਲੋਕ ਵਿੱਚ ਤੇਰੇ ਕੋਲੋਂ ਲਵਾਂਗੇ। ਇੱਥੇ ਨਹੀਂ ਲੈਣੀ, ਇਹ ਪਰਲੋਕ ਵਿੱਚ ਲਵਾਂਗੇ ਤੇਰੇ ਕੋਲੋਂ। ਇਹ ਹਮਰੀ ਸੇਵਾ ਦੀਏ ਤੋਈ, ਔਰ ਨਾ ਕਛੇ ਅਵਲਾਖਾ ਮੋਹੀ। ਤੂੰ ਕੋਈ ਸੇਵਾ ਮੰਗੀ ਹੈ ਤੇ ਤੇਰੇ ਵਾਸਤੇ ਇਹੀ ਸੇਵਾ ਹੈ। ਆ ਸਾਡੀ ਸੂਈ ਸੰਭਾਲ ਕੇ ਰੱਖ ਤੇ ਅੱਗੇ ਪਰਲੋਕ ਵਿੱਚ ਲਵਾਂਗੇ। ਹੋਰ ਕੋਈ ਸਾਡੀ ਸੇਵਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸੁਣ ਕਰ ਦੁਨੀ ਚੰਦ ਅਸ ਬਹਿਣਾ, ਲੈ ਸੋਚੀ ਗਮਨਿਓ ਨਿਜ ਐਣਾ। ਹੁਣ ਉਹਨੇ ਬਚਨ ਤਾਂ ਸੁਣ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ। ਸਤਿਗੁਰਾਂ ਕਿਹਾ ਸੂਈ ਸੰਭਾਲ ਲੈ, ਪਰਲੋਕ ਵਿੱਚ ਲਵਾਂਗੇ। ਇਹ ਬਚਨ ਸੁਣ ਕੇ ਉਹਨੇ ਕਿਹਾ ਜੀ 7 ਵਚਨ। 7 ਵਚਨ ਕਹਿ ਕੇ ਗੁਰੂ ਸਾਹਿਬ ਕੋਲੋਂ ਸੂਈ ਫੜ ਲਈ ਤੇ ਸੂਈ ਲੈ ਕੇ ਘਰ ਚਲਾ ਗਿਆ। ਤੇ ਘਰ ਜਾ ਕੇ, ਇਹ ਕੁਦਰਤੀ ਹੈ ਕਿ ਜਦੋਂ ਮਨੁੱਖ ਕੋਈ ਵਸਤੂ ਲੈ ਕੇ ਆਉਂਦਾ ਹੈ ਤਾਂ ਆਪਣੀ ਘਰਵਾਲੀ ਨੂੰ, ਆਪਣੇ ਜੀਵਨ ਸਾਥੀ ਨੂੰ ਫੜਾ ਦਿੰਦਾ, ਇਹਨੂੰ ਸੰਭਾਲ ਕੇ ਰੱਖ ਲੈ, ਜਦੋਂ ਸਮਾਂ ਆਏਗਾ ਤੇਰੇ ਕੋਲ ਵਾਪਸ ਲੈ ਲਵਾਂਗਾ। ਇਹਨੇ ਵੀ ਇਸੇ ਤਰ੍ਹਾਂ ਹੀ ਕੀਤਾ। ਉਹ ਸੂਈ ਲਿਜਾ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ, ਕਹਿ ਭਾਰ ਜੈਸੋ ਬਚ ਸੋਈ, ਇਹ ਸੋਚੀ ਰੱਖ ਜਾਏ ਨਾ ਖੋਈ। ਕਹਿਣ ਲੱਗਾ, ਭਲੀਏ ਆ ਸੂਈ ਸੰਭਾਲ ਕੇ ਰੱਖੀ, ਬਹੁਤ ਸੰਭਾਲ ਕੇ ਰੱਖਣੀ ਹੈ। ਇਹ ਸਾਧੂਆਂ ਦੀ ਸੂਈ ਹੈ, ਇਹ ਗਵਾਚ ਨਾ ਕਿਤੇ ਜਾਏ। ਗੁਰ ਲੈਵੇ ਪਰਲੋਕ ਕੇ ਮਾਹੀ, ਅਪਰ ਸਥਾਨ ਲੇਤ ਸੋ ਨਾਹੀ। ਘਰ ਵਾਲੀ ਨੇ ਪੁੱਛਿਆ, ਇਹ ਸੂਈ ਇੰਨੀ ਕੀਮਤੀ ਕਿਉਂ ਹੈ? ਉਹਨੇ ਦੱਸਿਆ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਹੈ। ਸੇਵਾ ਮੈਂ ਮੰਗੀ ਸੀ ਤੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਸੇਵਾ ਦੇ ਤੌਰ ਤੇ ਕਿਹਾ, ਆ ਸੂਈ ਸੰਭਾਲ ਲੈ, ਤੇਰੇ ਕੋਲੋਂ ਪਰਲੋਕ ਵਿੱਚ ਲਵਾਂਗੇ। ਕਹਿੰਦੇ ਉਹ ਗੁਰੂ ਸਾਹਿਬ ਨੇ ਕਿਹਾ, ਇਹਨੂੰ ਅਜੇ ਸੰਭਾਲ ਕੇ ਰੱਖੀ, ਪਰਲੋਕ 'ਚ ਲੈਣੀ। ਇਹ ਜਦੋਂ ਬਚਨ ਉਹਨੇ ਸੁਣੇ, ਰੱਖੋ ਭਲੀ ਪ੍ਰਕਾਰ ਸੰਭਾਰੀ, ਤਬ ਦੇਹੇ ਜਬ ਲੇਹੇ ਅਗਾਰੀ। ਕਹਿੰਦੇ ਇਹਨੂੰ ਸੰਭਾਲ ਕੇ ਰੱਖ, ਜਦੋਂ ਗੁਰੂ ਸਾਹਿਬ ਜੀ ਅੱਗੇ ਮੰਗਣਗੇ ਪਰਲੋਕ ਵਿੱਚ, ਮੈਂ ਫੇਰ ਦਵਾਂਗਾ ਗੁਰੂ ਸਾਹਿਬ ਨੂੰ। ਸੁਣ ਤੈ ਤ੍ਰਿਏ ਕਹੇ ਬਚੇ ਐਸੇ, ਆਗੇ ਲੈ ਜਾਵੋਗੇ ਕੈਸੇ। ਉਹਦੀ ਘਰਵਾਲੀ ਪਹਿਲਾਂ ਤਾਂ ਸੂਈ ਸੰਭਾਲ ਕੇ ਰੱਖਣ ਲੱਗੀ, ਫੇਰ ਉਹਦੀ ਘਰਵਾਲੀ ਨੇ ਸੋਚ ਕੇ ਕਿਹਾ, ਕਹਿਣ ਲੱਗੀ, ਹੇ ਪਤੀ ਦੇਵ, ਤੁਸੀਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਵੀ ਹੈ ਕਿ ਨਹੀਂ ਸੁਣਿਆ? ਉਹਨੇ ਕਿਹਾ, ਧਿਆਨ ਨਾਲ ਸੁਣ ਕੇ ਆਇਆ। ਗੁਰੂ ਸਾਹਿਬ ਨੇ ਬਚਨ ਕਹੇ ਨੇ, ਸੂਈ ਸੰਭਾਲ ਲੈ, ਪਰਲੋਕ ਵਿੱਚ ਲਵਾਂਗੇ।
ਉਹਦੀ ਪਤਨੀ ਕਹਿਣ ਲੱਗੀ, ਤੁਸੀਂ ਇਹ ਦੱਸੋ, ਤੁਸੀਂ ਇਹ ਬਚਨ ਤਾਂ ਸੁਣ ਕੇ ਆ ਗਏ ਤੇ ਮੈਨੂੰ ਕਹਿ ਦਿੱਤਾ ਸੰਭਾਲ ਕੇ ਰੱਖ ਲੈ, ਪਰਲੋਕ ਵਿੱਚ ਗੁਰੂ ਸਾਹਿਬ ਨੂੰ ਦੇਣੀ ਹੈ। ਇਹ ਦੱਸੋ, ਇਹ ਪਰਲੋਕ ਵਿੱਚ ਸੂਈ ਲੈ ਕੇ ਕਿਵੇਂ ਜਾਓਗੇ? ਸੰਭਾਲ ਕੇ ਤਾਂ ਮੈਂ ਰੱਖ ਲੈਂਦੀ ਹਾਂ, ਪਰ ਪਰਲੋਕ ਵਿੱਚ ਸੂਈ ਲੈ ਕੇ ਕਿਵੇਂ ਜਾਓਗੇ? ਇਸ ਲੋਕ ਤੋਂ ਪਰਲੋਕ ਭਾਵ ਕਿ ਮੌਤ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਉੱਥੇ ਲੈ ਕੇ ਜਾਣੀ, ਤੁਸੀਂ ਸੂਈ ਲੈ ਕੇ ਕਿਵੇਂ ਜਾਓਗੇ? ਨਿਤ ਸੰਗੀ ਜੋ ਦੇਹ ਵਿਚਾਰੀ, ਸੋਏ ਪੇ ਜਾਏ ਨ ਸਕੈ ਅਗਾਰੀ। ਉਹਦੀ ਘਰਵਾਲੀ ਕਹਿਣ ਲੱਗੀ, ਆ ਜਿਹੜਾ ਸਰੀਰ ਹੈ, ਜਿਸ ਸਰੀਰ ਨੂੰ ਗੁਰੂ ਸਾਹਿਬ ਨੇ ਕਿਹਾ ਸੂਈ ਸੰਭਾਲ ਕੇ ਰੱਖ, ਤੁਸੀਂ ਧਿਆਨ ਤਾਂ ਦਿਓ ਕਿ ਸਰੀਰ ਵੀ ਨਹੀਂ ਰਹਿਣਾ ਨਾਲ, ਆ ਸਰੀਰ ਵੀ ਤਾਂ ਮੌਤ ਤੋਂ ਬਾਅਦ ਇੱਥੇ ਹੀ ਰਹਿ ਜਾਣਾ। ਜੇ ਸਰੀਰ ਹੀ ਅੱਗੇ ਨਹੀਂ ਜਾਣਾ ਬੰਦੇ ਦਾ, ਤੇ ਸੂਈ ਕਿਵੇਂ ਜਾਏਗੀ? ਇਹ ਸੂਈ ਕਿਵੇਂ ਲੈ ਕੇ ਜਾਓਗੇ? ਤੁਸੀਂ ਮਹਾਂਪੁਰਖਾਂ ਨਾਲ, ਗੁਰੂ ਸਾਹਿਬ ਨਾਲ ਤੁਸੀਂ ਬਚਨ ਕਰਕੇ ਆ ਗਏ ਕਿ ਮੈਂ ਤੁਹਾਡੀ ਸੂਈ ਅੱਗੇ ਲੈ ਜਾਵਾਂਗਾ, ਪਰ ਦੱਸੋ ਇਹ ਲੈ ਕੇ ਕਿਵੇਂ ਜਾਓਗੇ? ਸੁਣ ਵਿਚਾਰ ਕਰ ਸੋ ਲੈ ਆਵਾ, ਪਾਸ ਵੈਸ ਕਰ ਵਚਨ ਅਲਾਵਾ। ਕਿਉਂਕਿ ਕਈ ਵਾਰੀ ਬੰਦਾ ਗੱਲ ਸੁਣ ਲੈਂਦਾ, ਪਰ ਕਈ ਵਾਰੀ ਉਹ ਧਿਆਨ ਵਿੱਚ ਨਹੀਂ ਆਉਂਦੀ ਕਿ ਗੱਲ ਕਹੀ ਕੀ ਜਾ ਰਹੀ ਹੈ। ਜਦੋਂ ਇਹਦੀ ਘਰਵਾਲੀ ਨੇ ਗੱਲ ਕਹੀ, ਇਹਦੇ ਵੀ ਖਿਆਲ ਵਿੱਚ ਆਇਆ ਕਿ ਸੱਚਮੁੱਚ ਬੰਦਾ ਤਾਂ ਲੋਕ ਤੋਂ ਪਰਲੋਕ ਕੁਝ ਵੀ ਨਹੀਂ ਲਿਆ ਸਕਦਾ, ਇਹ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ। ਇਹ ਜਿਹੜਾ ਤਨ ਹੈ ਸਾਹਮਣੇ ਰੱਖ ਕੇ ਲੋਕੀ ਸਾੜ ਦਿੰਦੇ ਨੇ ਅੱਗ ਵਿੱਚ, ਜਾਂ ਕੋਈ ਦਫਨ ਕਰ ਦਿੰਦਾ ਹੈ, ਇੱਥੇ ਹੀ ਮਿੱਟੀ ਹੋ ਜਾਂਦਾ, ਇਹ ਸਰੀਰ ਵੀ ਨਹੀਂ ਅੱਗੇ ਜਾਂਦਾ, ਤੇ ਇਹ ਸੂਈ ਕਿੱਥੋਂ ਜਾਏਗੀ? ਉਹਦੇ ਜਦੋਂ ਖਿਆਲ ਵਿੱਚ ਆਇਆ, ਉਹਨੇ ਕਿਹਾ, ਲਿਆ ਮੈਂ ਹੁਣੇ ਗੁਰੂ ਸਾਹਿਬ ਨੂੰ ਵਾਪਸ ਕਰ ਆਵਾਂ, ਮਹਾਂਪੁਰਖਾਂ ਨਾਲ ਬਚਨ ਤਾਂ ਕਰਾਇਆ, ਪਰ ਇਹ ਬਚਨ ਪੂਰਾ ਨਹੀਂ ਹੋਣਾ, ਇਹ ਸੇਵਾ ਜੇ ਪੂਰੀ ਨਾ ਹੋਈ ਤਾਂ ਦੁੱਖ ਹੋਰ ਲੱਗੇਗਾ। ਉਹਨੇ ਉਹ ਸੂਈ ਆਪਣੇ ਘਰ ਵਾਲੀ ਕੋਲੋਂ ਫੜ ਕੇ ਵਾਪਸ ਲਿਆਇਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਆ ਕੇ ਬੈਠ ਗਿਆ। ਨਹਿ ਆਗੇ ਸੂਚੀ ਜਾਵੇ, ਇਹ ਵਿਦ ਮੋਤੇ ਨੈ ਬਣ ਆਵੇ। ਆ ਕੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਸਤਿਗੁਰੂ ਜੀ, ਮੈਂ ਤੁਹਾਡੇ ਕੋਲੋਂ ਸੇਵਾ ਤਾਂ ਮੰਗੀ ਸੀ ਜ਼ਰੂਰ, ਪਰ ਜਿਹੜੀ ਸੇਵਾ ਤੁਸੀਂ ਮੈਨੂੰ ਬਖਸ਼ੀ ਹੈ, ਮੈਂ ਇਹ ਸੇਵਾ ਪੂਰੀ ਨਹੀਂ ਕਰ ਸਕਦਾ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਕੀ ਗੱਲ ਹੋਈ? ਕਹਿਣ ਲੱਗਾ, ਜੀ ਤੁਸੀਂ ਬਚਨ ਕਿਹਾ ਕਿ ਸੂਈ ਪਰਲੋਕ ਵਿੱਚ ਚਾਹੀਦੀ ਹੈ, ਪਰ ਸਤਿਗੁਰੂ ਜੀ ਮੇਰੀਆਂ ਤਾਂ ਅੱਖਾਂ ਹੁਣ ਖੁੱਲੀਆਂ ਨੇ, ਮੈਂ ਸੂਈ ਪਰਲੋਕ ਵਿੱਚ ਲੈ ਕੇ ਕਿਵੇਂ ਜਾਵਾਂਗਾ? ਇਹਨੂੰ ਪਹੁੰਚਾਵਾਂਗਾ ਕਿਵੇਂ? ਤੁਸੀਂ ਕਿਹਾ ਪਰਲੋਕ ਵਿੱਚ ਲੈ, ਇਸ ਦੁਨੀਆ ਵਿੱਚ ਤਾਂ ਕਿਤੇ ਮੈਂ ਪਹੁੰਚਾ ਸਕਦਾ, ਇੱਥੇ ਸੰਭਾਲ ਕੇ ਰੱਖ ਸਕਦਾ, ਪਰ ਜਿਹੜੇ ਬਚਨ ਤੁਸੀਂ ਕਹਿੰਦੇ ਹੋ ਮੈਂ ਪੂਰੇ ਨਹੀਂ ਕਰ ਸਕਦਾ। ਇਹ ਮੇਰੇ ਕੋਲੋਂ ਕਾਰਜ ਕਿਸੇ ਵੀ ਕੀਮਤ ਤੇ ਨਹੀਂ ਹੋਣਾ, ਮੈਂ ਕੁਝ ਵੀ ਨਹੀਂ ਨਾਲ ਲਿਜਾ ਸਕਦਾ। ਬੋਲੇ ਵਚਨ ਤਵੈ ਜਗਤੇਸਾ, ਪਾਇਓ ਸਮੈ ਦੇਨੇ ਉਪਦੇਸਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੱਸ ਪਏ, ਮੁਸਕਰਾ ਪਏ, ਕਿਉਂਕਿ ਜਿਹੜੀ ਗੱਲ ਸਮਝਾਉਣੀ ਚਾਹੁੰਦੇ ਨੇ ਦੁਨੀ ਚੰਦ ਨੂੰ, ਉਹ ਗੱਲ ਹੁਣ ਉਸ ਦੇ ਸਮਝ ਵਿੱਚ ਆ ਗਈ। ਗੁਰੂ ਸਾਹਿਬ ਨੇ ਉਪਦੇਸ਼ ਦੇਣ ਵਾਸਤੇ ਕਿਹਾ, ਕਹਿਣ ਲੱਗੇ, ਪਿਆਰਿਆ ਸੂਈ ਲੈ ਕੇ ਨਹੀਂ ਜਾ ਸਕਦਾ? ਕਹਿੰਦਾ, ਜੀ ਨਹੀਂ, ਸੂਈ ਨਹੀਂ ਜਾ ਸਕਦੀ ਹੈ। ਕਿਉਂ ਨਹੀਂ ਜਾ ਸਕਦੀ? ਸਤਿਗੁਰੂ ਜੀ, ਆ ਸਰੀਰ ਵੀ ਨਹੀਂ ਜਾਣਾ, ਇਹ ਤਾਂ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਦੁਨੀਆ ਵਿੱਚ। ਤੇ ਗੁਰੂ ਸਾਹਿਬ ਕਹਿੰਦੇ, ਜੇ ਆ ਛੋਟੀ ਜੀ ਸਾਡੀ ਸੂਈ ਨਹੀਂ ਲਿਆ ਸਕਦਾ, ਸਪਤ ਲੱਖ ਨੈ ਸੰਚਿਓ ਦਰਵਾ, ਸੋ ਕੈਸੇ ਲੈ ਜਾਵੇ ਸਰਵਾ। ਦੁਨੀ ਚੰਦ ਦੇ ਹਵੇਲੀ ਦੇ ਉੱਪਰ 7 ਝੰਡੇ ਝੂਲ ਰਹੇ ਸਨ। ਇਹ ਸ਼ਬਦ ਵੀ ਆਪਣੇ ਆਮ ਹੀ ਜਿਹੜੇ ਅਖੌਤਾਂ ਵਿੱਚ, ਆਮ ਬੋਲਚਾਲ ਵਿੱਚ ਵਰਤਿਆ ਜਾਂਦਾ ਹੈ। ਬੰਦਾ ਕਹਿੰਦਾ, ਤੇਰੇ ਕਿਹੜਾ ਝੰਡੇ ਝੂਲਦੇ ਨੇ? ਝੰਡੇ ਝੂਲਣ ਦਾ ਭਾਵ ਹੁੰਦਾ ਸੀ ਕਿਸੇ ਵੇਲੇ ਅਮੀਰ ਆਦਮੀ, ਜਿਹਦੇ ਕੋਲੇ 1 ਲੱਖ ਧਨ ਹੁੰਦਾ ਸੀ, ਸਰਕਾਰ ਵੱਲੋਂ ਜਿਵੇਂ ਅੱਜ ਕੱਲ੍ਹ ਕੋਈ ਨਾ ਕੋਈ ਸ਼ਰਤਾਂ ਰੱਖੀਆਂ ਹੋਈਆਂ ਨੇ ਕਿ ਉਹਨੂੰ ਆਪਣੀ ਇਨਕਮ ਸ਼ੋਅ ਕਰਨੀ ਪੈਂਦੀ ਹੈ। ਜਿਹਦੇ ਕੋਲੇ 1 ਲੱਖ ਧਨ ਹੁੰਦਾ ਸੀ, ਉਹਨਾਂ ਸਮਿਆਂ 'ਚ ਉਹਨੂੰ ਇੱਕ ਝੰਡਾ ਆਪਣੀ ਹਵੇਲੀ ਤੇ ਲਾਉਣਾ ਪੈਂਦਾ ਸੀ, ਦੱਸਣ ਵਾਸਤੇ ਕਿ ਮੇਰੇ ਕੋਲੇ 1 ਲੱਖ ਧਨ ਹੈ। ਤੇ ਇਹਦੇ ਕੋਲੇ 7 ਲੱਖ ਧਨ ਸੀ ਉਸ ਵੇਲੇ, ਤੇ 7 ਝੰਡੇ ਇਹਦੀ ਹਵੇਲੀ ਤੇ ਝੂਲਦੇ ਸਨ। ਇੰਨਾ ਧਨ ਸੀ ਇਹਦੇ ਕੋਲੇ, ਕਿਉਂਕਿ ਬਹੁਤ ਤਕੜਾ ਆਦਮੀ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਜੇ ਆ ਸੂਈ ਨਹੀਂ ਤੂੰ ਲਿਜਾ ਸਕਦਾ ਪਰਲੋਕ ਵਿੱਚ, ਇਹ ਦੱਸ ਜਿਹੜੇ 7 ਝੰਡੇ ਝੂਲ ਰਹੇ ਨੇ ਤੇਰੇ,
ਇਹ ਕਾਹਦੇ ਵਾਸਤੇ ਨੇ? ਕਹਿੰਦਾ ਜੀ 7 ਲੱਖ ਧਨ ਹੈ ਮੇਰੇ ਕੋਲੇ ਬੜੀ ਮਾਇਆ ਹੈ। ਤੇ ਗੁਰੂ ਸਾਹਿਬ ਕਹਿੰਦੇ 7 ਲੱਖ ਲੈ ਸੰਚੋ ਦਰਵਾ, ਸੋ ਕੈਸੇ ਲੈ ਜਾਵੇਂ ਸਰਵਾ। ਸਤਿਗੁਰੂ ਕਹਿੰਦੇ ਭਾਈ ਫਿਰ ਇਹ ਦੱਸ, ਜਿੰਨਾ ਧਨ ਤੈਂ ਇਕੱਠਾ ਕੀਤਾ ਹੈ, ਇੰਨਾ ਧਨ ਤੋਂ ਬਹੁਤ ਕੁਝ ਕਰਕੇ ਇਕੱਠਾ ਕਰ ਲਿਆ, ਇਹਨੂੰ ਨਾਲ ਕਿਵੇਂ ਲੈ ਕੇ ਜਾਵੇਗਾ? ਪੈਸਾ ਤੂੰ ਬਹੁਤ ਇਕੱਠਾ ਕੀਤਾ ਹੈ, ਇੰਨੀ ਮਾਇਆ ਇਕੱਠੀ ਕਰ ਲਈ, ਤੇਰੇ ਘਰ ਤੇ ਝੂਲਦੇ ਹੋਏ ਛੱਤ ਝੰਡੇ ਦੱਸਦੇ ਨੇ ਕਿ ਮਾਇਆ ਧਾਰੀ ਹੈ ਤੂੰ, ਬਹੁਤ ਅਮੀਰ ਪੁਰਸ਼ ਹੈ, ਤੂੰ ਸੂਈ ਸਾਡੀ ਲਿਜਾ ਨਹੀਂ ਸਕਦਾ, ਤੇ ਇੰਨੀ ਮਾਇਆ ਜਿਹੜੀ ਜੋੜ ਕੇ ਰੱਖੀ ਹੋਈ ਹੈ, ਇਹਨੂੰ ਕਿਵੇਂ ਲੈ ਕੇ ਜਾਣਾ ਨਾਲ, ਇਹ ਜਿਹੜਾ ਸਾਰਾ ਕੁਝ ਇਕੱਠਾ ਕੀਤਾ ਹੈ। ਧਨ ਕੋ ਸੰਚ ਕਰੇ ਬਹੁ ਕਲਮਲ, ਬੋਲੇ ਕੂੜ ਕਰਤ ਹੈ ਛਲਵਲ। ਗੁਰੂ ਸਾਹਿਬ ਕਹਿੰਦੇ ਤੂੰ ਬਹੁਤ ਪਾਪ ਕਰ ਕਰਕੇ ਪੈਸਾ ਇਕੱਠਾ ਕੀਤਾ ਹੈ, ਕਿੰਨਿਆਂ ਨਾਲ ਤੈਂ ਝੂਠ ਬੋਲਿਆ ਹੈ। ਬੋਲੇ ਕੂੜ ਕਰਤ ਹੈ ਬਲ ਛਲ, ਕਿੰਨਿਆਂ ਨਾਲ ਤੈਂ ਬਲ ਛਲ ਕੀਤੇ ਨੇ, ਮਾਇਆ ਇਕੱਠੀ ਕਰਨ ਵਾਸਤੇ ਝੂਠ ਫਰੇ ਬੋਲਿਆ। ਆਗੇ ਸੰਗ ਨਾ ਹੋਤ ਸਹਾਈ, ਸੰਚਤ ਔਧ ਵਿਹਾਈ। ਤੇ ਪਾਪ ਕਰਦਿਆਂ ਝੂਠ ਫਰੇ ਬੋਲਦਿਆਂ ਬਲ ਛਲ ਕਰਦਿਆਂ ਇੰਨਾ ਕੁਝ ਤਾਂ ਇਕੱਠਾ ਕੀਤਾ ਹੈ। ਇਹ ਮਾਇਆ ਸਾਰੀ ਤੈਂ ਇਕੱਠੀ ਕੀਤੀ ਹੈ, ਪਰ ਤੈਂ ਕਦੇ ਇਹ ਨਹੀਂ ਸੋਚਿਆ ਜੋ ਤੂੰ ਇਕੱਠਾ ਕਰ ਰਿਹਾ, ਜਿਸ ਤਰ੍ਹਾਂ ਦੇ ਕਰਮ ਕਰਕੇ ਇਕੱਠਾ ਕਰ ਰਿਹਾ ਹੈ, ਇਹਨੇ ਤੇਰੇ ਨਾਲ ਨਿਭਣਾ ਵੀ ਹੈ ਕਿ ਨਹੀਂ ਨਿਭਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਹ ਬਚਨ ਕਰ ਰਹੇ ਨੇ, ਉਹ ਹੈਰਾਨ ਹੋ ਕੇ ਗੁਰੂ ਸਾਹਿਬ ਦੇ ਬਚਨ ਸੁਣ ਰਿਹਾ, ਕਿਉਂਕਿ ਹੁਣ ਤੱਕ ਇਕੱਠਾ ਤਾਂ ਕਰ ਰਿਹਾ ਸੀ ਪਰ ਧਿਆਨ ਹੀ ਨਹੀਂ ਸੀ। ਗੁਰੂ ਸਾਹਿਬ ਦੇ ਬਚਨ ਸੁਣ ਕੇ ਸਮਝ ਆਉਣ ਲੱਗ ਪਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਸਮਝਾ ਰਹੇ ਨੇ। ਅੱਜ ਦੇ ਸਮੇਂ ਦੀ ਸਮਾਪਤੀ ਹੈ ਤੇ ਚੱਲ ਰਿਹਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ, ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਮਝਾ ਰਹੇ ਨੇ, ਕਿਉਂਕਿ ਗੁਰੂ ਸਾਹਿਬ ਦੇ ਸਮਝਾਉਣ ਦਾ ਤਰੀਕਾ ਹੀ ਹੁੰਦਾ ਹੈ। ਕਿਸੇ ਨੂੰ ਕਿਵੇਂ ਸਮਝਾਉਣਾ ਹੈ ਗੁਰੂ ਸਾਹਿਬ ਜੀ ਜਾਣਦੇ ਨੇ। ਉਹਨੂੰ ਜੇ ਵੈਸੇ ਗੁਰੂ ਨਾਨਕ ਸਾਹਿਬ ਜੀ ਆ ਕੇ ਪਹਿਲਾਂ ਹੀ ਗੱਲ ਉਹਨੂੰ ਸਮਝਾਉਂਦੇ ਕਿ ਤੂੰ ਨਾਮ ਜਪਿਆ ਕਰ ਜਾਂ ਸਿਮਰਨ ਕਰਿਆ ਕਰ, ਉਹਨੇ ਗੱਲ ਸੁਣਨੀ ਵੀ ਨਹੀਂ ਸੀ, ਕਿਉਂਕਿ ਮਨੁੱਖੀ ਇਸ ਤਰ੍ਹਾਂ ਦਾ ਸੀ ਜਿਹੜਾ ਮਾਇਆ ਧਾਰੀ, ਬਹੁਤੀ ਮਾਇਆ ਜਿਹਦੇ ਕੋਲੇ ਹੋਵੇ, ਗੁਰੂ ਸਾਹਿਬ ਕਹਿੰਦੇ ਉਹਨਾਂ ਤੇ ਬੋਲਾ ਹੋ ਜਾਂਦਾ ਹੈ। ਉਹ ਨਾ ਕਿਸੇ ਦੀ ਗੱਲ ਚੰਗੀ ਤਰ੍ਹਾਂ ਸੁਣਦਾ ਹੈ, ਨਾ ਉਹ ਕਿਸੇ ਦਾ ਕਿਹਾ ਕੁਝ ਦੇਖਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਬਿਲਕੁਲ ਅੰਨਾ ਬੋਲਾ ਹੋ ਜਾਂਦਾ ਹੈ ਬੰਦਾ। ਉਹ ਕਿਸੇ ਦੀ ਗੱਲ ਨਹੀਂ ਫਿਰ ਬੰਦਾ ਸੁਣਦਾ, ਚੰਗੀ ਗੱਲ ਉਹ ਸੁਣਦਾ ਨਹੀਂ ਤੇ ਚੰਗਾ ਵੇਖਦਾ ਨਹੀਂ, ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਹੋ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਘਚੋਲਾ, ਹੋਰ ਹੀ ਰੋਲ ਘਚੋਲੇ ਪਾ ਲੈਂਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣਦੇ ਨੇ ਮਾਇਆ ਧਾਰੀ ਨੂੰ ਵੀ ਬਚਨ ਕਿਵੇਂ ਸੁਣਾਉਣੇ ਨੇ, ਭਲਾ ਕਿਵੇਂ ਕਰਨਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੌਤਕ ਰਚਿਆ। ਆਓ ਅਗਲਾ ਪ੍ਰਸੰਗ ਜਿਹੜਾ ਹੈ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸੱਚਾ ਨਾਮ ਧਨ ਇਕੱਠਾ ਕਰ ਸਕੀਏ, ਜਿਹੜਾ ਸਾਡੇ ਸਦੀਵੀ ਤੌਰ ਤੇ ਕੰਮ ਆਉਣਾ ਹੈ। ਗੁਰੂ ਸਾਹਿਬ ਦੇ ਬਚਨ ਪੜ੍ਹ ਕੇ ਅਸੀਂ ਜੀਵਨ ਸਵਾਰ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਨਾਲ ਸਾਰੀ ਸੰਗਤਾਂ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਸ ਕਾ ਸਮੁੰਦ ਸਾਗਰ ਨੀਰ ਭਰਿਆ, ਇਤੇ ਔਗਣ ਹਮਾਰੇ। ਦਇਆ ਕਰੋ ਕਿਸੇ ਮੇਰੇ ਪਾਉ, ਦੁਗਲੇ ਪੱਥਰ ਤਾਰੇ। ਜਾਨ ਕੇ ਕਰਮ ਨਾ ਜਾਣਾ, ਸਾਧ ਸੰਗਤ ਕਹੈ ਅੰਚਲ।